ਧਰਮ ਨੂੰ ਸਮਝਣ ਦੇ ਲਈ ਰਿਲੀਜੀਅਸ ਸਟੱਡੀ ਇੱਕ ਨਵਾਂ ਵਿਸ਼ਾ ਹੈ। ਰਿਲੀਜੀਅਸ ਸਟੱਡੀ ਦੇ ਵਿੱਚ ਵੱਖ-ਵੱਖ ਮੈਥਡੋਲੋਜੀਜ਼ ਅਪਰੋਚਿਸ ਦੇ ਨਾਲ ਧਰਮ ਨੂੰ ਸਮਝਣ ਦਾ ਯਤਨ ਕੀਤਾ ਜਾਂਦਾ। ਅੱਜ ਅਸੀਂ ਇੱਕ ਅਜਿਹੀ ਮੈਥਡੋਲੋਜੀ ਦੀ ਗੱਲ ਕਰਾਂਗੇ ਜਿਹੜੀਆਂ ਪ੍ਰਚਲਿਤ ਅਕੈਰੀ ਮੈਥਡੋਲੋਜੀ ਦੇ ਨਾਲੋਂ ਇੱਕ ਵੱਖਰੀ ਵਿਧੀ ਹੈ ਧਰਮ ਨੂੰ ਸਮਝਣ ਦੇ ਲਈ। ਇਸ ਵਿਧੀ ਦਾ ਨਾਂ ਹੈ ਫੈਨੋਮੋਲੋਜੀ ਆਫ ਰਿਲੀਜਨ। ਰਿਲੀਜੀਅਸ ਸਟੱਡੀ ਨੂੰ ਜੇਕਰ ਅਸੀਂ ਕਹੀਏ ਕਿ ਹਾਲੇ ਆਪਣੇ ਨੌਜਵਾਨ ਅਵਸਥਾ ਦੇ ਵਿੱਚ ਹੈ ਜਾਂ ਇੱਕ ਨਵਾਂ ਉੱਭਰ ਰਿਹਾ ਵਿਸ਼ਾ ਹੈ, ਤਾਂ ਫੈਨੋਮੋਲੋਜੀ ਆਫ ਰਿਲੀਜਨ ਦੇ ਬਾਰੇ ਅਸੀਂ ਇਹ ਕਹਿ ਸਕਦੇ ਹਾਂ ਕਿ ਹਾਲੇ ਇਹ ਬਚਪਨ ਦੇ ਵਿੱਚ ਹੈ, ਭਾਵ ਇਸ ਵਿਸ਼ੇ ਦਾ ਇਤਿਹਾਸ ਬਹੁਤ ਛੋਟਾ ਹੈ। ਫੈਨੋਮੋਲੋਜੀ ਆਫ ਰਿਲੀਜਨ ਦੇ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਕੰਮ ਵਿਲੀਅਮ ਬਰੇਡ ਕ੍ਰਿਸਟਨਸੇਨ ਨੇ ਕੀਤਾ ਹੈ। ਕ੍ਰਿਸਟਨਸੇਨ ਨੇ ਇਹ ਗੱਲ ਕਹੀ ਕਿ ਫੈਨੋਮੋਲੋਜੀ ਆਫ ਰਿਲੀਜਨ ਇੱਕ ਤਰ੍ਹਾਂ ਰਿਲੀਜੀਅਸ ਸਟੱਡੀ ਜਾਂ ਕੰਪੈਰੇਟਿਵ ਸਟੱਡੀ ਆਫ ਰਿਲੀਜਨ ਵਰਗਾ ਹੀ ਇੱਕ ਵਿਸ਼ਾ ਹੈ, ਬਲਕਿ ਉਸਨੇ ਇਹਨੂੰ ਹਿਸਟਰੀ ਆਫ ਰਿਲੀਜਨ ਦੇ ਨਾਲੋਂ ਅਲੱਗ ਕੀਤਾ ਹੈ। ਹਿਸਟਰੀ ਆਫ ਰਿਲੀਜਨ ਦੇ ਅਰਥ ਵੀ ਅਸੀਂ ਕੰਪੈਰੇਟਿਵ ਸਟੱਡੀ ਆਫ ਰਿਲੀਜਨ ਦੇ ਵਿੱਚ ਲੈਂਦੇ ਹਾਂ। ਫੈਨੋਮੋਲੋਜੀ ਆਫ ਰਿਲੀਜਨ ਇਹ ਵਿਧੀ ਕੀ ਹੈ, ਕਿਵੇਂ ਵਿਕਸਿਤ ਹੋਈ, ਇਹਦੇ ਬਾਰੇ ਵਿਸਥਾਰ ਵਿੱਚ ਗੱਲ ਕਰਨ ਤੋਂ ਪਹਿਲਾਂ ਅਸੀਂ ਇੱਕ ਗੱਲ ਸਮਝ ਲਈਏ ਕਿ ਫੈਨੋਮੋਲੋਜੀ ਆਫ ਰਿਲੀਜਨ ਦੇ ਜਿਹੜੇ ਪ੍ਰਮੁੱਖ ਦੋ ਫਿਲਾਸਫਰ ਨੇ, ਜਿਨ੍ਹਾਂ ਦੇ ਵਿੱਚ ਕ੍ਰਿਸਟਨਸੇਨ, ਇੱਕ ਵੰਡਰਲਿਊ, ਇਹਨਾਂ ਦੀ ਇਹ ਧਾਰਨਾ ਹੈ ਕਿ ਅਸੀਂ ਧਰਮ ਨੂੰ ਸਿੱਧੇ ਰੂਪ ਦੇ ਵਿੱਚ, ਭਾਵ ਧਰਮ ਨੂੰ ਉਸੇ ਰੂਪ ਦੇ ਵਿੱਚ ਸਮਝ ਸਕਦੇ ਹਾਂ ਜਿਸ ਰੂਪ ਦੇ ਵਿੱਚ ਇਹ ਪ੍ਰਗਟ ਹੁੰਦਾ ਹੈ। ਧਰਮ ਨੂੰ ਅਸੀਂ ਸਿੱਧੇ ਰੂਪ ਦੇ ਵਿੱਚ ਸਮਝਣ ਦਾ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਕੇਂਦਰ ਵਿੱਚ ਰੱਖ ਕੇ ਧਰਮ ਨੂੰ ਸਮਝਿਆ ਜਾਵੇ। ਧਰਮ ਦੇ ਅਸੈਂਸ ਨੂੰ ਸਮਝਣ ਦੇ ਲਈ ਇਹ ਵਿਦਵਾਨ ਗੱਲ ਕਰਦੇ ਨੇ। ਇਹਨਾਂ ਦੀ ਮੁੱਖ ਧਾਰਨਾ ਇਹ ਹੈ ਕਿ ਧਰਮ ਸੁਣੀਆਂ ਸੁਣਾਈਆਂ ਗੱਲਾਂ ਜਾਂ ਅਕੈਰੇ ਸਿਧਾਂਤਾਂ ਜਾਂ ਡਿਸਿਪਲਿਨ ਦੇ ਨਾਲ ਨਹੀਂ ਸਮਝਿਆ ਜਾ ਸਕਦਾ। ਅਕੈਰੇ ਸਿਧਾਂਤ ਭਾਵ ਉਹ ਜਿਸ ਤਰ੍ਹਾਂ ਅਸੀਂ ਮਾਡਰਨ ਅਪਰੋਚਿਸ ਦੀ ਗੱਲ ਕਰਦੇ ਹਾਂ, ਐਂਥਰੋਪੋਲੋਜੀਕਲ ਅਪਰੋਚ ਹੈ, ਇਹਦੇ ਵਿੱਚ ਅੱਗੇ ਅਸੀਂ ਐਵੋਲੂਸ਼ਨਰੀ ਅਪਰੋਚ ਜਾਂ ਫੰਕਸ਼ਨਲ ਅਪਰੋਚ ਦੀ ਗੱਲ ਕਰਾਂਗੇ, ਜਾਂ ਫਿਰ ਇਸੇ ਤਰ੍ਹਾਂ ਸੋਸ਼ੋਲੋਜੀਕਲ ਅਪਰੋਚ ਦੇ ਵਿੱਚ ਅਸੀਂ ਸਟਰਕਚਰਲਿਸਟ ਜਾਂ ਡਾਇਲੈਕਟੀਕਲ ਮੈਥਡੋਲੋਜੀਜ਼ ਆ ਜਾਂਦੀਆਂ ਨੇ। ਇਸ ਤਰ੍ਹਾਂ ਸਾਈਕੋਲੋਜੀਕਲ ਅਪਰੋਚ ਦੇ ਵਿੱਚ ਸਮਝਣ ਦੇ ਅਸੀਂ ਯਤਨ ਕਰਦੇ ਹਾਂ ਰਿਲੀਜਨ ਨੂੰ। ਪਰੰਤੂ ਇਹਨਾਂ ਵਿਦਵਾਨਾਂ ਦੀ ਇਹ ਧਾਰਨਾ ਹੈ ਕਿ ਐਂਥਰੋਪੋਲੋਜੀਕਲ, ਸੋਸ਼ੋਲੋਜੀਕਲ, ਫਿਲੋਸਫੀਕਲ, ਥਿਓਲੋਜੀਕਲ ਜਾਂ ਸੋਸ਼ੋਲੋਜੀਕਲ, ਇਹ ਸਾਰੀਆਂ ਮੈਥਡੋਲੋਜੀਜ਼ ਅਕੈਰੀਆਂ ਨੇ, ਭਾਵ ਕਿ ਧਰਮ ਦੇ ਇੱਕ ਪੱਖ ਨੂੰ ਸਮਝਦੀਆਂ ਨੇ। ਧਰਮ ਨੂੰ ਸਮਝਣ ਦੇ ਲਈ ਸਾਨੂੰ ਇੱਕ ਕੰਪਰੀਹੈਂਸਿਵ, ਇੱਕ ਡਿਸਕ੍ਰਿਪਟਿਵ ਜਾਂ ਇੱਕ ਅਜਿਹੀ ਵਿਧੀ ਦੀ ਜ਼ਰੂਰਤ ਹੈ ਜਿਹੜੀ ਧਰਮ ਨੂੰ ਵਿਸ਼ਾਲ ਪ੍ਰਸੰਗ ਦੇ ਵਿੱਚ ਸਮਝਣ ਦਾ ਯਤਨ ਕਰੇ। ਉਹ ਵਿਧੀ ਇਹੀ ਹੈ ਕਿ ਮਨੁੱਖ ਆਪ ਖੁਦ ਰੱਬ ਜਾਂ ਧਰਮ ਨੂੰ ਜਾਂ ਇਲਹਾਮ ਨੂੰ ਕਿਵੇਂ ਸਮਝਦਾ ਹੈ। ਆਪਣੇ ਅਨੁਭਵ ਦੇ ਨਾਲ ਮਨੁੱਖ ਜਿਸ ਤਰ੍ਹਾਂ ਧਰਮ ਨੂੰ ਸਮਝਦਾ ਹੈ, ਉਹਦੇ ਲਈ ਉਹੀ ਧਰਮ ਦੀ ਪਰਿਭਾਸ਼ਾ ਹੈ। ਧਾਰਮਿਕ ਮਨੁੱਖ ਦੀ ਇੱਛਾ ਹੁੰਦੀ ਹੈ ਕਿ ਉਹ ਅਮੀਰ, ਡੂੰਘਾ, ਵਿਸਤ੍ਰਿਤ ਜਾਂ ਜ਼ਿੰਦਗੀ ਦੀ ਸਤ੍ਹਾ ਦਾ ਆਪ ਅਨੁਭਵ ਕਰਦਾ ਹੈ, ਅਤੇ ਇਸ ਅਨੁਭਵ ਨੂੰ ਅਸੀਂ ਆਮ ਅਰਥਾਂ ਦੇ ਵਿੱਚ ਨਹੀਂ ਬਿਆਨ ਕਰ ਸਕਦੇ।
ਆਪਾਂ ਜਦੋਂ ਅਰਥ ਦੀ ਗੱਲ ਕਰਦੇ ਹਾਂ ਤਾਂ ਫੈਨੋਮੋਲੋਜੀ ਦਾ ਜਿਹੜਾ ਸ਼ਬਦ ਹੈ, ਪਹਿਲੀ ਵਾਰ ਇੱਕ ਸਵਿਸ ਜਰਮਨ ਮੈਥੇਮੈਟੀਸ਼ੀਅਨ, ਗਣਿਤ ਵਿਗਿਆਨੀ ਅਤੇ ਫਿਲਾਸਫਰ ਜੌਨ ਹੈਨਰਿਕ ਲੈਵਿਟ ਨੇ 1764 ਵਿੱਚ ਦੋ ਯੂਨਾਨੀ ਭਾਸ਼ਾ ਦੇ ਸ਼ਬਦਾਂ ਨੂੰ ਜੋੜ ਕੇ ਤਿਆਰ ਕੀਤਾ ਹੈ। ਉਸ ਦੇ ਮੁਤਾਬਕ ਫੈਨੋਮੋਲੋਜੀ, ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਪ੍ਰਪੰਚ ਜਾਂ ਫਨੋਮਨਾ ਕਹਿੰਦੇ ਹਾਂ, ਉਹ ਦੋ ਸ਼ਬਦਾਂ ਦਾ ਮੇਲ ਦੇ ਨਾਲ ਭਾਵ ਉਹ ਜੋ ਆਪਣੇ ਆਪ ਵਿੱਚ ਪ੍ਰਗਟ ਹੁੰਦਾ ਹੈ। ਇਸ ਨੂੰ ਪੰਜਾਬੀ ਦੇ ਵਿੱਚ ਅਸੀਂ ਘਟਨਾਕ੍ਰਮ ਵੀ ਕਹਿੰਦੇ ਹਾਂ, ਅਤੇ ਘਟਨਾਕ੍ਰਮ ਦੇ ਇਹੀ ਅਰਥ ਲਏ ਜਾਂਦੇ ਨੇ ਕਿ ਜੋ ਘਟ ਰਿਹਾ ਹੈ ਜਾਂ ਜੋ ਵਾਪਰ ਰਿਹਾ ਹੈ। ਇਸ ਪ੍ਰਸੰਗ ਦੇ ਵਿੱਚ ਅਸੀਂ ਧਰਮ ਨੂੰ ਸਮਝਣ ਦੇ ਲਈ ਅੱਗੇ ਮੈਥਡੋਲੋਜੀਕਲ ਅਪਰੋਚ ਦੀ ਗੱਲ ਕਰਾਂਗੇ। ਜਦੋਂ ਅਸੀਂ ਜੌਨ ਹੈਨਰਿਕ ਲੈਵਿਟ ਦੀ ਗੱਲ ਕਰਦੇ ਹਾਂ ਤਾਂ ਉਸਨੇ ਇਹ ਸੰਕਲਪ ਮਨੁੱਖੀ ਅਨੁਭਵ ਦੇ ਅਜਿਹੇ ਗਿਆਨ ਨੂੰ ਪੇਸ਼ ਕਰਨ ਦੇ ਲਈ ਵਰਤਿਆ ਸੀ ਜਿਸ ਨੂੰ ਬਿਆਨ ਨਾ ਕੀਤਾ ਜਾ ਸਕਦੇ, ਜਿਸ ਨੂੰ ਬਿਆਨ ਨਾ ਕੀਤਾ ਜਾ ਸਕੇ। ਇਸ ਨੂੰ ਉਸਨੇ ਡਾਕਟਰਨ ਆਫ ਅਪੀਅਰੈਂਸ ਕਿਹਾ ਸੀ। ਇਸੇ ਤਰ੍ਹਾਂ ਇਮਾਨੁਏਲ ਕਾਂਤ ਨੇ ਵੀ ਇਸ ਸੰਕਲਪ ਦੀ ਵਰਤੋਂ ਕੀਤੀ ਅਤੇ ਇਸੇ ਲੜੀ ਦੇ ਵਿੱਚ 1807 ਦੇ ਵਿੱਚ ਹੀਗਲ ਨੇ ਆਪਣੀ ਇੱਕ ਕਿਤਾਬ ਦਾ ਫੈਨੋਮੋਲੋਜੀ ਆਫ ਸਪਿਰਿਟ ਪ੍ਰਕਾਸ਼ਿਤ ਕਰਵਾਈ। ਫੈਨੋਮੋਲੋਜੀਕਲ ਮੈਥਡੋਲੋਜੀ ਨੂੰ ਫਿਲਾਸਫੀ ਦੇ ਵਿੱਚ ਦੋ ਹੋਰ ਵਿਦਵਾਨ ਜਿਨ੍ਹਾਂ ਨੇ ਡਿਵੈਲਪ ਕੀਤਾ, ਇਹਨਾਂ ਦੇ ਵਿੱਚੋਂ ਇੱਕ ਨਾਂ ਹੁਸਰਲ ਦਾ ਆਉਂਦਾ ਅਤੇ ਦੂਸਰਾ ਸੋਟਿਜ ਦਾ, ਅਤੇ ਇਹਨਾਂ ਨੇ ਫੈਨੋਮੋਲੋਜੀ ਦੀ ਫਿਲਾਸਫੀਕਲ ਮੈਥਡੋਲੋਜੀ ਡਿਵੈਲਪ ਕੀਤੀ। ਜਦੋਂ ਅਸੀਂ ਫੈਨੋਮੋਲੋਜੀ ਆਫ ਰਿਲੀਜਨ ਦੀ ਗੱਲ ਕਰਦੇ ਹਾਂ ਤਾਂ ਫੈਨੋਮੋਲੋਜੀ ਆਫ ਰਿਲੀਜਨ ਨੂੰ ਮੈਥਡੋਲੋਜੀਕਲੀ ਡਿਵੈਲਪ ਕਰਨ ਦੇ ਵਿੱਚ ਸਭ ਤੋਂ ਵੱਧ ਜੇਕਰ ਯੋਗਦਾਨ ਪਾਇਆ ਤਾਂ ਨਾਰਵੇ ਦੇ ਵਿਦਵਾਨ ਵਿਲੀਅਮ ਬਰੇਡ ਕ੍ਰਿਸਟਨਸੇਨ। ਵਿਲੀਅਮ ਬਰੇਡ ਕ੍ਰਿਸਟਨਸੇਨ ਨੇ ਜ਼ਿੰਦਗੀ ਭਰ ਰਿਲੀਜਨ ਦਾ ਵਿਸ਼ਾ ਪੜ੍ਹਾਇਆ। ਉਹ ਆਪਣੇ ਇਸ ਵਿਸ਼ੇ ਦੇ ਨਾਲ ਇੰਨਾ ਜੁੜਿਆ ਹੋਇਆ ਸੀ ਕਿ ਉਹਨੇ ਆਪਣੇ ਜ਼ਿੰਦਗੀ ਭਰ ਨਾ ਕੋਈ ਕਾਨਫਰੰਸ ਦੇ ਵਿੱਚ ਭਾਗ ਲਿਆ ਅਤੇ ਨਾ ਹੀ ਕੋਈ ਆਪਣਾ ਲੇਖ ਜਾਂ ਆਪਣੀ ਕਿਤਾਬ ਪ੍ਰਕਾਸ਼ਿਤ ਕਰਵਾਈ। ਪਰੰਤੂ ਜਦੋਂ ਉਹ ਪੜ੍ਹਾਉਂਦਾ ਸੀ ਤਾਂ ਉਹਦੀ ਕਲਾਸ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਹਾਲ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਖਚਾ ਖਚ ਭਰਿਆ ਹੁੰਦਾ ਸੀ। ਇੱਥੋਂ ਤੱਕ ਕਿ ਉਹਦਾ ਲੈਕਚਰ ਸੁਣਨ ਦੇ ਲਈ ਵੱਖ-ਵੱਖ ਡਿਸਿਪਲਿਨ ਦੇ ਸਟੂਡੈਂਟ ਖੜ੍ਹ ਕੇ ਉਹਦਾ ਭਾਸ਼ਣ ਸੁਣਦੇ ਸੀ। ਇੰਨੀ ਲਗਨ ਦੇ ਨਾਲ ਉਹ ਕੰਮ ਕਰਦਾ ਸੀ। ਜ਼ਿੰਦਗੀ ਦੇ ਵਿੱਚ ਉਹਨੇ ਕੇਵਲ 3 ਕੰਮ ਕੀਤੇ, ਜਾਂ ਆਪਣੇ ਪਰਿਵਾਰ ਦੇ ਵਿੱਚ ਰਹਿੰਦਾ, ਜਾਂ ਐਕਸਰਸਾਈਜ਼ ਕਰਦਾ, ਜਾਂ ਪੜ੍ਹਦਾ ਅਤੇ ਪੜ੍ਹਾਉਂਦਾ ਸੀ। ਉਸ ਦੀ ਜਿਹੜੀ ਕਿਤਾਬ ਜਿਹਦਾ ਆਪਾਂ ਜ਼ਿਕਰ ਕੀਤਾ ਹੈ, ਦਾ ਮੀਨਿੰਗ ਆਫ ਰਿਲੀਜਨ, ਇਹ ਉਹਦੇ ਵਿਦਿਆਰਥੀਆਂ ਨੇ ਉਹਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਕਰਵਾਈ। ਇਸ ਕਿਤਾਬ ਦੇ ਵਿੱਚ ਵਿਲੀਅਮ ਕ੍ਰਿਸਟਨਸੇਨ ਨੇ ਫੈਨੋਮੋਲੋਜੀ ਆਫ ਰਿਲੀਜਨ ਦੀ ਮੈਥਡੋਲੋਜੀ ਡਿਵੈਲਪ ਕਰਦਿਆਂ ਮੁੱਖ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਧਰਮ ਨੂੰ ਅਸੀਂ ਆਪਣੇ ਸਬਜੈਕਟਿਵ ਐਕਸਪੀਰੀਅੰਸ ਦੇ ਨਾਲ ਸਮਝ ਸਕਦੇ ਹਾਂ। ਭਾਵ ਕਿ ਧਰਮ ਨੂੰ ਅਸੀਂ ਇਕੱਲਾ ਕੋਗਨੇਟਿਵ ਲੈਵਲ 'ਤੇ ਗਿਆਨ ਦੀ ਪੱਧਰ 'ਤੇ ਸਮਝਣ ਦੀ ਬਜਾਏ ਧਰਮ ਦੇ ਵਿੱਚ ਦਾਖਲ ਹੋ ਕੇ ਧਰਮ ਨੂੰ ਆਪਣੇ ਜੀਵਨ ਦੇ ਵਿੱਚ ਅਜਮਾ ਕੇ ਸਮਝਿਆ ਜਾ ਸਕਦਾ ਹੈ। ਅਤੇ ਇਹਦੇ ਲਈ ਫਿਰ ਅਗਲੀ ਗੱਲ ਜਿਹੜੀ ਉਹਨੇ ਦੱਸੀ ਕਿ ਇਹ ਸਮਝਣ ਦੇ ਲਈ ਜ਼ਰੂਰੀ ਹੈ ਕਿ ਜਿਹੜੇ ਧਾਰਮਿਕ ਫਨੋਮਨਾ ਹੈ ਉਹ ਇੰਨਾ ਵਿਸ਼ਾਲ ਹੈ ਕਿ ਵੱਖ-ਵੱਖ ਧਰਮਾਂ ਦੇ ਵਿੱਚ ਸਾਨੂੰ ਕੁਝ ਸਾਂਝੇ ਤੱਤ ਮਿਲਣਗੇ। ਸਾਂਝੇ ਤੱਤਾਂ ਨੂੰ ਜੇਕਰ ਅਸੀਂ ਹੋਰ ਡੂੰਘਾਈ ਦੇ ਵਿੱਚ ਸਮਝਣਾ ਹੋਵੇ ਜਾਂ ਉਹਦਾ ਜਿਹੜਾ ਸਾਰ ਤੱਤ ਅਸੈਂਸ ਸਮਝਣਾ ਹੋਵੇ ਤਾਂ ਸਾਨੂੰ ਕੀ ਕਰਨਾ ਪਏਗਾ ਕਿ ਰਿਲੀਜੀਅਸ ਫਨੋਮਨੇ ਦੀ ਕਲਾਸੀਫਿਕੇਸ਼ਨ ਕਰਨੀ ਪਏਗੀ। ਭਾਵ ਕਿ ਰਿਲੀਜੀਅਸ ਫਨੋਮਨੇ ਦੇ ਭਾਵੇਂ ਤੁਸੀਂ ਬਲੀਫ ਤੋਂ ਸ਼ੁਰੂ ਕਰ ਲਓ ਜਾਂ ਉਹ ਕਹਿੰਦਾ ਰਿਚੁਅਲ ਦੇ ਵਿੱਚ ਜਿਹੜੇ ਡਿਫਰੈਂਟ
ਵਿਸ਼ਵਾਸ ਦੇ ਜਿਸ ਤਰ੍ਹਾਂ ਅਸੀਂ ਸੈਕਰੀਫਾਈਸ ਦੀ ਗੱਲ ਕਰਾਂਗੇ, ਸ਼ਹਾਦਤ ਤਕਰੀਬਨ ਸਾਰੀਆਂ ਧਾਰਮਿਕ ਪਰੰਪਰਾਵਾਂ ਦੇ ਵਿੱਚ ਸਾਨੂੰ ਮਿਲੇਗੀ। ਪਰੰਤੂ ਵਿਲੀਅਮ ਕ੍ਰਿਸਟਨਸੇਨ ਕਹਿੰਦਾ ਕਿ ਜਿਹੜੀ ਸੈਕਰੀਫਾਈਸ ਦੀ ਟ੍ਰੈਡੀਸ਼ਨ ਸਾਨੂੰ ਇੱਕੋ ਜਿਹੀ ਨਹੀਂ ਮਿਲੇਗੀ। ਹਰ ਪਰੰਪਰਾ ਦੇ ਵਿੱਚ ਤੁਹਾਨੂੰ ਵੱਖਰੇ ਇੱਕ ਵਿਲੱਖਣ ਕਿਸਮ ਦੀ ਜਿਹੜੀ ਸੈਕਰੀਫਾਈਸ ਦੀ ਟ੍ਰੈਡੀਸ਼ਨ ਮਿਲੇਗੀ। ਇਹਦੇ ਲਈ ਤੁਸੀਂ ਜਿੱਦਾਂ ਅਸੀਂ ਆਮ ਸ਼ਬਦ ਆਪਾਂ ਵਰਤਦੇ ਹਾਂ ਕਿ ਸ਼ਹਾਦਤ ਹੈ ਜਾਂ ਕੁਰਬਾਨੀ ਜਾਂ ਬਲੀਦਾਨ, ਇਹਨਾਂ ਸ਼ਬਦਾਂ ਨੂੰ ਵੀ ਜਦੋਂ ਅਸੀਂ ਡਿਫਰੈਂਟ ਰਿਲੀਜੀਅਸ ਟ੍ਰੈਡੀਸ਼ਨ ਦੇ ਵਿੱਚ ਕਲਾਸੀਫਾਈ ਕਰਕੇ ਸਮਝਾਂਗੇ ਤਾਂ ਸਾਨੂੰ ਇਹ ਸੈਕਰੀਫਾਈਸ ਦੇ ਜਿਹੜੇ ਡੂੰਘੇ ਅਰਥ ਸਮਝਣ ਦੇ ਯੋਗ ਹੋਵਾਂਗੇ। ਦੂਸਰੀ ਉਹਨੇ ਐਗਜ਼ਾਮਪਲ ਦਿੱਤੀ ਕਿ ਜਿਸ ਤਰ੍ਹਾਂ ਅਸੀਂ ਅਰਦਾਸ ਕਰਦੇ ਹਾਂ ਜਾਂ ਪ੍ਰੇਅਰ ਹੈ, ਪ੍ਰਾਰਥਨਾ ਹੈ, ਪ੍ਰੇਅਰ ਵੀ ਵੱਖ-ਵੱਖ ਧਾਰਮਿਕ ਪਰੰਪਰਾਵਾਂ ਦੇ ਵਿੱਚ ਇੱਕ ਸਾਂਝਾ ਧਰਮ ਦਾ ਤੱਤ ਹੈ, ਪਰੰਤੂ ਹਰ ਪਰੰਪਰਾ ਆਪਣੇ ਤਰੀਕੇ ਦੇ ਨਾਲ ਪ੍ਰੇਅਰ ਕਰਦੀ ਹੈ ਅਤੇ ਇਹ ਪ੍ਰੇਅਰ ਦਾ ਜਿਹੜਾ ਉਦੇਸ਼ ਅਤੇ ਇਹਦਾ ਜਿਹੜਾ ਮੈਥਡ ਹੈ ਉਹ ਡਿਫਰੈਂਟ ਹੈ। ਅਤੇ ਇਹਨਾਂ ਦੀ ਜਿਹੜੀ ਡਿਸਟਿੰਕਸ਼ਨ ਹੈ, ਇਹਨੂੰ ਜਦੋਂ ਅਸੀਂ ਕਲਾਸੀਫਾਈ ਕਰਕੇ ਸਮਝਾਂਗੇ ਜਾਂ ਫਿਰ ਇੱਕ ਦੂਸਰੇ ਦੇ ਨਾਲ ਕੰਪੇਅਰ ਕਰਾਂਗੇ, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਵਿਲੀਅਮ ਬ੍ਰੇਡ ਕ੍ਰਿਸਟਨਸੇਨ ਫੈਨੋਮੋਲੋਜੀ ਆਫ ਰਿਲੀਜਨ ਨੂੰ ਕੰਪੈਰੇਟਿਵ ਸਟੱਡੀ ਆਫ ਰਿਲੀਜਨ ਦੇ ਤੌਰ 'ਤੇ ਦੇਖਦਾ ਹੈ। ਉਹਨੇ ਕਿਹਾ ਕਿ ਸਭ ਤੋਂ ਪਹਿਲਾਂ ਜਿਹੜਾ ਰਿਲੀਜੀਅਸ ਫੈਨੋਮਨਾ ਹੈ, ਇਹਦੀ ਤੁਸੀਂ ਕਲਾਸੀਫਿਕੇਸ਼ਨ ਕਰਨੀ ਹੈ। ਕਲਾਸੀਫਿਕੇਸ਼ਨ ਕਰਨ ਤੋਂ ਬਾਅਦ ਇਹਨਾਂ ਦੀ ਇੱਕ ਦੂਸਰੇ ਦੇ ਨਾਲ ਅਸੀਂ ਤੁਲਨਾ ਕਰਨੀ ਹੈ, ਭਾਵ ਕੰਪੈਰੀਜ਼ਨ ਦੇ ਵਿੱਚ ਅਸੀਂ, ਉਹ ਕਹਿੰਦਾ ਕਿ ਆਪਣੀ ਪਰੰਪਰਾ ਨੂੰ ਸਮਝਣ ਦੇ ਨਾਲੋਂ ਜਦੋਂ ਤੁਸੀਂ ਆਪਣੀ ਪਰੰਪਰਾ ਦੇ ਕਿਸੇ ਤੱਤ ਨੂੰ ਕਿਸੇ ਹੋਰ ਪਰੰਪਰਾ ਦੇ ਨਾਲ ਕੰਪੇਅਰ ਕਰਕੇ ਸਮਝੋਗੇ, ਜਿਵੇਂ ਮੈਕਸ ਮੂਲਰ ਨੇ ਵੀ ਇਹ ਗੱਲ ਕਹੀ ਸੀ ਕਿ ਜਿਹੜਾ ਵਿਅਕਤੀ ਕੇਵਲ ਆਪਣੇ ਧਰਮ ਨੂੰ ਜਾਣਦਾ, ਕਿਸੇ ਹੋਰ ਧਰਮ ਨੂੰ ਨਹੀਂ ਜਾਣਦਾ, ਉਹ ਆਪਣੇ ਧਰਮ ਨੂੰ ਨਹੀਂ ਸਮਝ ਸਕਦਾ। ਰਦਰ ਮੈਕਸ ਮੂਲਰ ਦੀ ਇਸ ਭਾਵਨਾ ਨੂੰ ਵਿਲੀਅਮ ਬ੍ਰੇਡ ਕ੍ਰਿਸਟਨਸੇਨ ਨੇ ਰਿਲੀਜੀਅਸ ਮੈਥਡੋਲੋਜੀ ਦੇ ਵਿੱਚ ਡਿਵੈਲਪ ਕੀਤਾ ਅਤੇ ਜਿਹਦੇ ਲਈ ਉਸ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਉਹ ਫੈਨੋਮੋਲੋਜੀ ਆਫ ਰਿਲੀਜਨ ਦਾ ਫਾਊਂਡਿੰਗ ਫਾਦਰ ਹੈ। ਪਰੰਤੂ ਵਿਲੀਅਮ ਬ੍ਰੇਡ ਕ੍ਰਿਸਟਨਸੇਨ ਤੋਂ ਵੀ ਇੱਕ ਕਦਮ ਅਗਾਂਹ ਵੰਡਰਲਿਊ, ਜਿਹੜਾ ਕਿ ਵਿਲੀਅਮ ਬ੍ਰੇਡ ਕ੍ਰਿਸਟਨਸੇਨ ਦਾ ਸਟੂਡੈਂਟ ਸੀ, ਉਸਨੇ ਵਿਲੀਅਮ ਬ੍ਰੇਡ ਕ੍ਰਿਸਟਨਸੇਨ ਤੋਂ ਅੱਗੇ ਜਾ ਕੇ, ਭਾਵ ਜੋ ਜਿਹੜੀਆਂ ਫਾਰਮੂਲੇਸ਼ਨਸ, ਜੋ ਧਾਰਨਾਵਾਂ ਕ੍ਰਿਸਟਨਸੇਨ ਨੇ ਦਿੱਤੀਆਂ ਸੀ, ਉਹਨਾਂ ਨੂੰ ਵੰਡਰਲਿਊ ਨੇ ਅੱਗੇ ਡਿਵੈਲਪ ਕੀਤਾ ਅਤੇ ਵੰਡਰਲਿਊ ਨੇ ਇਹਦੇ ਵਿੱਚ ਇੱਕ ਵਾਧਾ ਕੀਤਾ ਕਿ ਅਸੀਂ ਰਿਲੀਜੀਅਸ ਜਿਹੜਾ ਫਨੋਮਨਾ ਹੈ ਉਹਦੀ ਕਲਾਸੀਫਿਕੇਸ਼ਨ ਕਰ ਸਕਦੇ ਹਾਂ। ਦੂਸਰਾ ਕਿ ਧਰਮ ਨੂੰ ਅਸੀਂ ਐਕਸਪੀਰੀਅੰਸ ਦੇ ਨਾਲ ਸਮਝ ਸਕਦੇ ਹਾਂ, ਭਾਵ ਆਪਣੇ ਖੁਦ ਦੇ ਅਨੁਭਵ ਦੇ ਨਾਲ ਧਰਮ ਨੂੰ ਸਮਝਿਆ ਜਾ ਸਕਦਾ। ਤੀਸਰੀ ਗੱਲ ਉਸਨੇ ਇਪੋਕ ਮੇਕਿੰਗ, ਭਾਵ ਰਿਲੀਜੀਅਸ ਫਨੋਮਨੇ ਦੀ ਬ੍ਰੈਕਟਿੰਗ ਦਾ ਜਿਹੜਾ ਸਿਧਾਂਤ ਹੈ ਇਹ ਵੰਡਰਲਿਊ ਨੇ ਡਿਵੈਲਪ ਕੀਤਾ ਅਤੇ ਵੰਡਰਲਿਊ ਦਾ ਜਿਹੜਾ ਬ੍ਰੈਕਟਿੰਗ ਦਾ ਸਿਧਾਂਤ ਹੈ, ਇਹਦੇ ਵਿੱਚ ਉਹ ਕਹਿੰਦਾ ਕਿ ਰਿਲੀਜੀਅਸ ਜਿਹੜਾ ਫਨੋਮਨਾ ਹੈ ਇਹਨੂੰ ਮਨੁੱਖ ਆਪਣੇ ਖੁਦ ਦੇ ਵਿਸ਼ਵਾਸ ਅਤੇ ਖੁਦ ਦੇ ਅਨੁਭਵ ਦੇ ਨਾਲ ਸਮਝੇ। ਉਹਦਾ ਕਹਿਣ ਦਾ ਮਤਲਬ ਇਹ ਸੀ ਕਿ ਧਰਮ ਨੂੰ ਅਸੀਂ ਸਬਜੈਕਟਿਵ ਐਕਸਪੀਰੀਅੰਸ ਦੇ ਨਾਲ ਸਮਝ ਸਕਦੇ ਹਾਂ। ਇਸ ਤੋਂ ਪਹਿਲਾਂ ਜਿਹੜੀ ਮਾਡਰਨ ਮੈਥਡੋਲੋਜੀ ਦੇ ਵਿੱਚ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਸੀ ਓਬਜੈਕਟਿਵਿਟੀ ਦਾ, ਜਾਂ ਇੱਕ ਖਾਸ ਕਿਸਮ ਦੀ ਅਸੀਂ ਗੱਲ ਕਹਿੰਦੇ ਹਾਂ ਕਿ ਵੈਲਿਊ ਫਰੀ ਜਾਂ ਜੱਜਮੈਂਟ ਫਰੀ ਜਿਹੜੀ ਅੰਡਰਸਟੈਂਡਿੰਗ ਆਫ ਰਿਲੀਜਨ ਦੇ ਬਾਰੇ ਲੋਕ ਗੱਲ ਕਰਦੇ ਸੀ। ਪਰੰਤੂ ਵੰਡਰਲਿਊ ਨੇ ਜਿਹੜੀ ਸਾਨੂੰ ਥਿਊਰੀ ਦਿੱਤੀ, ਉਹਨੇ ਗੱਲ ਕਹੀ ਕਿ ਓਬਜੈਕਟਿਵਿਟੀ ਨੂੰ ਤੁਸੀਂ ਸਬਜੈਕਟਿਵ ਐਕਸਪੀਰੀਅੰਸ ਦੇ ਨਾਲ ਸਮਝ ਸਕਦੇ ਹੋ। ਸੋ ਇਸ ਕੰਟੈਕਸਟ ਦੇ ਵਿੱਚ ਉਹਨੇ ਕਿਹਾ ਜਿਹੜੀ ਫਨੋਮੋਲੋਜੀ ਹੈ ਨਾ ਤਾਂ ਇਹ ਮੈਟਾਫਿਜ਼ਿਕਸ ਹੈ ਅਤੇ ਨਾ ਹੀ ਇਹ ਇੱਕ ਖਾਸ ਕਿਸਮ ਦੀ ਅਸੀਂ ਕਹਾਂਗੇ ਕਿ ਅੰਪੀਰੀਅਲ ਰਿਐਲਿਟੀ ਦੀ ਕੋਈ ਮੈਥਡੋਲੋਜੀ ਹੈ। ਉਹਨੇ ਕਿਹਾ ਕਿ ਜਿਹੜੀ ਇਪੋਕ ਮੇਕਿੰਗ ਹੈ ਜਾਂ ਬ੍ਰੈਕਟਿੰਗ ਹੈ, ਇੱਕ ਤਰੀਕੇ ਦਾ ਇੱਕ ਪੁਲ ਹੈ ਦੋ ਤਰ੍ਹਾਂ ਦੀ ਜਿਹੜੀ ਮੈਥਡੋਲੋਜੀ ਦੇ ਵਿੱਚ, ਇੱਕ ਅੰਪੀਰੀਕਲ ਅਤੇ ਅਸੀਂ ਕਹੀਏ ਕਿ ਪਾਰਟੀਕੂਲਰਿਟੀ ਦੇ ਵਿੱਚ,
ਆਬਜੈਕਟਿਵ ਤੇ ਸਬਜੈਕਟ ਦੇ ਵਿੱਚ। ਆਬਜੈਕਟਿਵ ਰਿਐਲਿਟੀ ਤੇ ਸਬਜੈਕਟਿਵ ਰਿਐਲਿਟੀ ਦੇ ਵਿੱਚ ਇੱਕ ਬ੍ਰਿਜ ਡਿਵੈਲਪ ਕਰਨ ਦੇ ਲਈ ਵਾਂਡਰਲਿਊ ਨੇ ਸਾਨੂੰ ਇਹ ਸਿਧਾਂਤ ਦਿੱਤਾ। ਜਦੋਂ ਅਸੀਂ ਬ੍ਰੈਕਟਿੰਗ ਦੀ ਗੱਲ ਕਰਦੇ ਹਾਂ ਤਾਂ ਵਾਂਡਰਲਿਊ ਨੇ ਕਿਹਾ ਕਿ ਧਾਰਮਿਕ ਫਨੋਮਨੇ ਨੂੰ ਜਾਂ ਰਿਲੀਜੀਅਸ ਫਨੋਮਨੇ ਨੂੰ ਅਸੀਂ ਪਾਰਟੀਸਪੇਸ਼ਨ ਦੇ ਨਾਲ ਸਮਝਾਂਗੇ, ਅਤੇ ਜਦੋਂ ਅਸੀਂ ਪਾਰਟੀਸਪੇਸ਼ਨ ਨਾਲ ਸਮਝਾਂਗੇ ਤਾਂ ਜੋ ਸਾਡਾ ਤਜਰਬਾ ਧਰਮ ਦੇ ਬਾਰੇ ਦੱਸਦਾ, ਸਾਨੂੰ ਉਹ ਤਜਰਬੇ ਦੀ ਸੰਭਾਲ ਕਰਨੀ। ਜਦੋਂ ਅਸੀਂ ਇੱਕ ਮਿਸਟਿਕ ਦੀ ਗੱਲ ਕਰਦੇ ਹਾਂ, ਅਨੁਭਵੀ ਇਨਸਾਨ ਦੀ ਗੱਲ ਕਰਦੇ ਹਾਂ, ਉਹ ਵੀ ਇਹ ਗੱਲ ਕਰਦਾ ਕਿ ਜਿਹੜਾ ਧਰਮ ਦਾ ਜਿਹੜਾ ਐਕਸਪੀਰੀਅੰਸ ਹੈ ਇਹਨੂੰ ਸੰਭਾਲਣ ਦੀ ਲੋੜ ਹੈ। ਭਾਵ ਧਰਮ ਦੇ ਵਿੱਚ ਅਨੁਭਵ ਦੇ ਨਾਲ ਜੋ ਇੱਕ ਮਿਸਟਿਕ, ਇੱਕ ਅਨੁਭਵੀ ਆਪਣਾ ਗਿਆਨ ਹਾਸਲ ਕਰਦਾ ਹੈ, ਉਸ ਗਿਆਨ ਨੂੰ ਸੰਭਾਲਣਾ, ਭਾਵ ਉਸ ਗਿਆਨ ਦੇ ਵਿੱਚ ਆਪਣੀ ਜਿਹੜੀ ਕੋਈ ਨਿੱਜੀ ਰਹਿ ਨਾ ਸ਼ਾਮਲ ਹੋਣ ਦੇਣੀ, ਅਤੇ ਨਾ ਹੀ ਦੂਸਰਿਆਂ ਦਾ ਕੋਈ ਸੁਣਿਆ ਸੁਣਾਇਆ ਗਿਆਨ ਇਹਦੇ ਵਿੱਚ ਸ਼ਾਮਲ ਕਰਨਾ। ਸੋ ਵਾਂਡਰਲਿਊ ਕਹਿੰਦਾ ਕਿ ਧਰਮ ਜਿਸ ਤਰੀਕੇ ਦੇ ਨਾਲ ਪ੍ਰਗਟ ਹੋ ਰਿਹਾ, ਜਿਸ ਤਰੀਕੇ ਦੇ ਨਾਲ ਪੇਸ਼ ਹੋ ਰਿਹਾ, ਜਿਸ ਤਰ੍ਹਾਂ ਦਾ ਹੈ, ਉਹਨੂੰ ਉਸੇ ਰੂਪ ਦੇ ਵਿੱਚ ਸਮਝਣਾ। ਸੋ ਇਸ ਪ੍ਰਸੰਗ ਦੇ ਵਿੱਚ ਜਿਹੜੀ ਫੈਨੋਮੋਲੋਜੀਕਲ ਮੈਥਡੋਲੋਜੀ ਹੈ, ਇਹ ਸਾਨੂੰ ਵਿਧੀਆਂ ਦੀਆਂ ਜਿਹੜੀਆਂ ਸੀਮਾਵਾਂ ਤੋਂ ਪਾਰ ਜਾਂ ਸਮਾਵਾਂ ਤੋਂ ਇੱਕ ਵਿਸਤ੍ਰਿਤ ਜਾਂ ਇੱਕ ਵਿਸ਼ਾਲ ਮੈਥਡੋਲੋਜੀ ਦਿੰਦੀ ਹੈ। ਅਤੇ ਇਸ ਮੈਥਡੋਲੋਜੀ ਦੇ ਵਿੱਚ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ, ਇਹਦੀਆਂ ਜੇਕਰ ਆਪਾਂ ਕਰੈਕਟਰਿਸਟਿਕਸ ਦੇਖਾਂਗੇ ਤਾਂ ਸਭ ਤੋਂ ਪਹਿਲੀ ਗੱਲ ਤਾਂ ਕਲਾਸੀਫਿਕੇਸ਼ਨ ਆਫ ਰਿਲੀਜੀਅਸ ਡਾਟਾ। ਫਿਰ ਜਦੋਂ ਅਸੀਂ ਕਲਾਸੀਫਿਕੇਸ਼ਨ ਕਰ ਲਵਾਂਗੇ ਅਤੇ ਕਲਾਸੀਫਿਕੇਸ਼ਨ ਤੋਂ ਬਾਅਦ ਕੰਪੈਰੀਜ਼ਨ ਆਫ ਰਿਲੀਜੀਅਸ ਡਾਟਾ, ਅਤੇ ਥਰਡ ਸਟੈਪ ਆ ਜਾਏਗਾ ਕਿ ਜਿਹੜਾ ਅਸੀਂ ਡਾਟਾ ਦੇ ਬਾਰੇ ਜਿਹੜੀ ਸਾਡੀ ਅੰਡਰਸਟੈਂਡਿੰਗ ਹੈ, ਇਹਦੇ ਵਿੱਚ ਇਕੱਲੀ ਕੋਗਨੇਟਿਵ ਜਾਂ ਗਿਆਨ ਤੋਂ ਇਲਾਵਾ ਜਿਹੜਾ ਸਾਡਾ ਐਕਸਪੀਰੀਅੰਸ ਹੈ, ਦੈਟ ਇਜ਼ ਮੋਰ ਇੰਪੋਰਟੈਂਟ ਦੈਨ ਆਵਰ ਨੌਲੇਜ। ਅਸੀਂ ਐਕਸਪੀਰੀਅੰਸ ਦੇ ਨਾਲ ਧਰਮ ਦਾ ਗਿਆਨ ਹਾਸਲ ਕਰਨਾ, ਨਾ ਕਿ ਅਸੀਂ ਹਾਸਲ ਗਿਆਨ ਦੇ ਰਾਹੀਂ ਧਰਮ ਨੂੰ ਸਮਝਣਾ। ਇੱਥੇ ਜਦੋਂ ਮੈਥਡੋਲੋਜੀਕਲੀ ਅਸੀਂ ਗੱਲ ਕਰਾਂਗੇ ਕਿ ਜਿਹੜੀ ਸਾਡੀ ਸਬਜੈਕਟਿਵ ਅੰਡਰਸਟੈਂਡਿੰਗ ਹੈ, ਉਹ ਜੇਕਰ ਨਿਰਪੱਖ ਹੋਏਗੀ, ਜਿਸ ਤਰ੍ਹਾਂ ਧਰਮ ਹੈ ਉਹਨੂੰ ਉਸੇ ਤਰੀਕੇ ਦੇ ਨਾਲ ਸਮਝੇਗੀ, ਤਾਂ ਉਹ ਕਹਿੰਦਾ ਕਿ ਅਸੀਂ ਰਿਲੀਜਨ ਦਾ ਜਿਹੜਾ ਅਸੈਂਸ ਹੈ ਉਹ ਚੰਗੇ ਤਰੀਕੇ ਦੇ ਨਾਲ ਸਮਝ ਸਕਾਂਗੇ। ਵਾਂਡਰਲਿਊ ਨੇ ਆਪਣੀ ਕਿਤਾਬ ਦਾ ਟਾਈਟਲ ਵੀ ਜੋ ਰੱਖਿਆ, ਉਹਨੇ ਰੱਖਿਆ ਕਿ ਰਿਲੀਜਨ ਇਨ ਅਸੈਂਸ ਐਂਡ ਮੈਨੀਫੈਸਟੇਸ਼ਨ, ਭਾਵ ਕਿ ਧਰਮ ਦਾ ਆਪਣਾ ਤੱਤ, ਜਿਸ ਨੂੰ ਅਸੀਂ ਸਾਰ ਤੱਤ ਕਹਿੰਦੇ ਹਾਂ, ਉਹ ਕੀ ਹੈ ਅਤੇ ਉਹਦਾ ਪ੍ਰਗਟਾਵਾ ਕਿਵੇਂ ਹੋ ਰਿਹਾ। ਇਸ ਗੱਲ ਦੇ ਲਈ ਵਾਂਡਰਲਿਊ ਨੇ ਆਪਣੀ ਜਿਹੜੀ ਬੜੀ ਇੰਪੋਰਟੈਂਟ ਕਿਤਾਬ ਲਿਖੀ ਹੈ, ਅਤੇ ਜਿਹਦੇ ਵਿੱਚ ਉਸਨੇ ਧਰਮ ਨੂੰ ਇਪੋਕ ਮੇਕਿੰਗ ਦੇ ਨਾਲ ਸਮਝਣ ਦਾ ਇੱਕ ਤਰੀਕਾ ਦੱਸਿਆ। ਅਤੇ ਧਰਮ ਦੇ ਬਾਰੇ ਆਮ ਤੌਰ 'ਤੇ ਜੋ ਅਸੀਂ ਲੋਕਾਂ ਤੋਂ ਸੁਣਦੇ ਹਾਂ ਜਾਂ ਜੋ ਅਸੀਂ ਬਾਹਰੀ ਤੌਰ 'ਤੇ ਧਰਮ ਨੂੰ ਦੇਖਦੇ ਹਾਂ, ਇਸ ਤੋਂ ਇਲਾਵਾ ਜਿਹੜਾ ਵਾਂਡਰਲਿਊ ਨੇ ਕਿਹਾ ਕਿ ਧਰਮ ਅੰਦਰੋਂ, ਭਾਵ ਧਰਮ ਦਾ ਜਿਹੜਾ ਤੱਤ ਹੈ, ਉਹ ਇੱਕ ਸਕੋਲਰ ਨੂੰ ਜਾਂ ਧਰਮ ਨੂੰ ਸਮਝਣ ਵਾਲੇ ਨੂੰ ਖੁਦ ਸਮਝਣਾ ਚਾਹੀਦਾ। ਅਤੇ ਜਦੋਂ ਅਸੀਂ ਖੁਦ ਦੀ ਸਮਝਣ ਦੀ ਗੱਲ ਕਰਦੇ ਹਾਂ ਤਾਂ ਫਿਰ ਉਹਨੇ ਫੈਨੋਮੋਲੋਜੀ ਆਫ ਰਿਲੀਜਨ ਨੂੰ ਕਿਹਾ ਕਿ ਇਹ ਇੱਕ ਅਜਿਹੀ ਸਾਇੰਸ ਹੈ ਜਾਂ ਇੱਕ ਵੱਖਰੀ ਵਿਗਿਆਨਕ ਜਾਂ ਕੰਪੈਰੇਟਿਵ ਮੈਥਡੋਲੋਜੀ ਹੈ, ਜਿਹਦੇ ਵਿੱਚ ਆਰਟ ਵੀ ਇਨਵੋਲਵ ਹੈ। ਆਰਟ ਇਕੱਲੀ ਇਨਵੈਸਟੀਗੇਸ਼ਨ ਤੱਕ ਰਹਿ ਜਾਂਦੀ ਹੈ, ਪਰੰਤੂ ਜਿਹੜੀ ਸਾਇੰਸ ਹੈ ਉਹ ਇਕੱਲੀ ਆਪਾਂ ਕਹੀਏ ਕਿ ਅੰਡਰਸਟੈਂਡਿੰਗ ਤੱਕ ਰਹਿ ਜਾਂਦੀ ਹੈ। ਸੋ ਵਾਂਡਰਲਿਊ ਆਰਟ ਔਰ ਸਾਇੰਸ ਨੂੰ ਕੰਬਾਈਨ ਕਰਕੇ, ਜੋੜ ਕੇ ਇੱਕ ਨਵੀਂ ਜਿਹੜੀ ਮੈਥਡੋਲੋਜੀ ਧਰਮ ਦੇ ਖੇਤਰ ਦੇ ਵਿੱਚ ਡਿਵੈਲਪ ਕਰਦਾ, ਅਤੇ ਜਿਹਦੇ ਨਾਲ ਅਸੀਂ ਧਰਮ ਦਾ ਇੱਕ ਰਿਚ, ਇੱਕ ਡੈਫਥ ਦੇ ਵਿੱਚ, ਇੱਕ ਡੂੰਘਾਈ ਦੇ ਵਿੱਚ ਜਿਹੜਾ ਅਨੁਭਵ ਹੈ ਉਹਦੇ ਰਾਹੀਂ ਸਮਝਣ ਦਾ ਯਤਨ ਕਰ ਸਕਦੇ।